हेलो स्टूडेंट्स, आई एम सुखिंदर फ्रॉम डिपार्टमेंट ऑफ इकोनॉमिक्स GGDST कॉलेज हरियाणा ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ MF ਜੋ ਪਿਛਲੇ 2 ਲੈਕਚਰਸ ਤੋਂ ਕਰ ਰਹੇ ਹਾਂ ਟੌਪਿਕ, ਉਹਦੇ ਵਿੱਚ ਅੱਜ ਉਸ ਦੀ MF ਦੀ ਸਕਸੈਸ ਜਾਂ ਅਚੀਵਮੈਂਟਸ ਅਤੇ ਵੀਕਨੈਸਿਸ ਕਰਾਂਗੇ। ਆਪਾਂ ਸਕਸੈਸ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ MF ਨੇ ਕੀ ਅਚੀਵ ਕੀਤਾ, ਕੀ ਉਹਦੇ ਸਫਲਤਾ ਕੀ, ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ MF ਆਪਣੇ ਜਿਸ ਦੇਸ਼ ਨੂੰ ਲੈ ਕੇ ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ IMF ਜਿਹੜਾ ਬਣਾਇਆ ਗਿਆ ਸੀਗਾ, ਕੀ IMF ਨੇ ਉਹ ਉਦੇਸ਼ ਪੂਰੇ ਕੀਤੇ ਆ ਜਾਂ ਨਹੀਂ। ਜਿਸ ਤਰ੍ਹਾਂ ਪ੍ਰੋਫੈਸਰ ਹਾਮ ਨੇ ਕਿਹਾ ਸੀਗਾ, ਇੰਟਰਨੈਸ਼ਨਲ ਰਿਜ਼ਰਵ ਬੈਂਕ ਹੈਗੀ ਆ ਜਿਹੜੀ IMF ਆ, ਇਟਸ ਬੈਂਕ ਆਫ ਬੈਂਕਸ ਹੈ ਨਾ, ਅਤੇ ਕੀ ਇਸਨੇ ਸੱਚਮੁੱਚ ਆਪਣੇ ਉਹ ਕੰਮ ਕੀਤੇ ਆ, ਇਸ ਦੀਆਂ ਕੀ ਸਫਲਤਾਵਾਂ ਆ। ਸਭ ਤੋਂ ਪਹਿਲਾਂ ਤਾਂ ਇੰਟਰਨੈਸ਼ਨਲ ਮੋਨਟਰੀ ਕੋਆਪਰੇਸ਼ਨ, ਅੰਤਰਰਾਸ਼ਟਰੀ ਮੁਦਰਾ ਕੋਸ਼ ਇੱਕ ਅਜਿਹਾ ਮੰਚ ਪੇਸ਼ ਕਰਦਾ ਜਿਹਦੇ ਰਾਹੀਂ ਤੁਹਾਡੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਮੋਨਟਰੀ ਕੋਆਪਰੇਸ਼ਨ ਆ ਜਿਹੜੀ ਉਹ ਨਿਕਲਦੀ ਆ, ਹੁੰਦੀ ਆ। ਇਹਦੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਰੀਕਨਸਟਰਕਸ਼ਨ ਆਫ ਦੀ ਯੂਰਪੀਅਨ ਕੰਟਰੀਜ਼, ਕਿਉਂਕਿ ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਹੋਇਆ, ਇਸ ਲਈ ਜਿਹੜੀਆਂ ਯੂਰਪੀਅਨ ਕੰਟਰੀਜ਼ ਆ ਉਹਨਾਂ ਨੂੰ ਰੀਕਨਸਟਰਕਟ ਕਰਨ ਦੇ ਵਿੱਚ, ਉਹਨਾਂ ਨੂੰ ਦੁਬਾਰਾ ਡਿਵੈਲਪ ਕਰਨ ਦੇ ਵਿੱਚ ਮਾਰਸ਼ਲ ਪਲਾਨ ਦੇ ਤਹਿਤ ਸਹਾਇਤਾ ਕੀਤੀ ਗਈ ਅਤੇ ਕਾਫੀ ਮਹੱਤਵਪੂਰਨ ਰੋਲ ਅਦਾ ਕੀਤਾ ਗਿਆ IMF ਦੇ ਦੁਆਰਾ। ਮਲਟੀਲੇਟਰਲ ਸਿਸਟਮ ਆਫ ਫੋਰਨ ਐਕਸਚੇਂਜ, ਮੁਦਰਾ ਕੋਸ਼ ਦੀ ਸਥਾਪਨਾ ਦੇ ਸਮੇਂ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਵਿਦੇਸ਼ੀ ਵਟਾਂਦਰਾ ਸੰਬੰਧੀ ਕੰਟਰੋਲ ਲੱਗੇ ਹੋਏ ਸੀ ਅਤੇ ਇੰਟਰਨੈਸ਼ਨਲ ਟਰੇਡ ਦੇ ਉੱਤੇ ਬਹੁਤ ਸਾਰੀਆਂ ਰੋਕਾਂ, ਬਹੁਤ ਸਾਰੇ ਕੰਟਰੋਲ ਜਿਹੜੇ ਸੀਗੇ, ਪਰ ਇਸ ਤੋਂ ਬਾਅਦ ਇਹਨਾਂ ਨੂੰ ਘੱਟ ਕਰਨ ਦੇ ਵਿੱਚ ਇਹ ਕਾਫੀ ਹੱਦ ਤੱਕ ਸਫਲ ਹੋਇਆ। ਇਨਕਰੀਜ਼ ਇਨ ਇੰਟਰਨੈਸ਼ਨਲ ਲਿਕੁਇਡਿਟੀ, ਅੰਤਰਰਾਸ਼ਟਰੀ ਤਰਲਤਾ ਦੇ ਵਿੱਚ ਵਾਧਾ ਕਰਨ ਦੇ ਵਿੱਚ ਵੀ ਸਫਲ ਹੋਇਆ। ਇਹਨੇ ਅੰਤਰਰਾਸ਼ਟਰੀ ਤਰਲਤਾ ਦੇ ਵਿੱਚ ਵਾਧਾ ਕਰਨ ਦੇ ਲਈ ਈਵਨ ਇੱਕ ਵਾਰ SDR ਸਪੈਸ਼ਲ ਡਰਾਇੰਗ ਰਾਈਟਸ ਨਾਂ ਦੀ ਇੱਕ ਜਿਹੜੀ ਸੰਪਤੀ ਸੀ, ਲਿਕੁਇਡ ਐਸਟ ਸੀ, ਉਸ ਦਾ ਨਿਰਮਾਣ ਵੀ ਕੀਤਾ। ਇਨਕਰੀਜ਼ ਇਨ ਇੰਟਰਨੈਸ਼ਨਲ ਟਰੇਡ, ਇਸ 'ਤੇ ਹੋਣ ਦੇ ਵਿੱਚ ਆਉਣ ਤੋਂ ਬਾਅਦ, IMF ਦੇ ਹੋਣ ਤੋਂ ਵਿੱਚ ਆਉਣ ਤੋਂ ਬਾਅਦ ਇੰਟਰਨੈਸ਼ਨਲ ਟਰੇਡ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਸੰਸਾਰ ਦਾ ਜਿਹੜਾ ਐਕਸਪੋਰਟ 1948 ਦੇ ਵਿੱਚ $53 ਅਰਬ ਦਾ ਸੀ, 2000 ਦੇ ਵਿੱਚ ਇਹ ਹੁਣ ਇਹ ਵੱਧ ਕੇ $2000 ਅਰਬ ਦਾ ਹੀ ਵਾਧਾ ਹੋ ਗਿਆ। ਸਪੈਸ਼ਲ ਏਡ ਟੂ ਡਿਵੈਲਪਿੰਗ ਕੰਟਰੀਜ਼, ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈਗੀਆਂ ਉਹਨਾਂ ਨੂੰ ਆਪਣੀ ਡਿਵੈਲਪਮੈਂਟ ਦੇ ਲਈ, IMF ਦੇ ਘਾਟੇ ਨੂੰ ਪੂਰਾ ਕਰਨ ਦੇ ਲਈ, ਇੰਪੋਰਟ ਐਕਸਪੋਰਟ ਦੇ ਲਈ IMF ਨੇ ਬਹੁਤ ਵਾਰ ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ IMF ਨੇ ਬਹੁਤ ਵਾਰ ਸਪੈਸ਼ਲ ਏਡ, ਜਿਹੜੀ ਸਪੈਸ਼ਲ ਸਹਾਇਤਾ ਉਹ ਦਿੱਤੀ ਹੈ। ਹੈਲਪਫੁਲ ਇਨ ਦੀ ਟਾਈਮਸ ਆਫ ਐਮਰਜੈਂਸੀ, ਜੇ ਕਿਤੇ ਐਮਰਜੈਂਸੀ ਆ ਜਾਂਦੀ ਹੈ ਨੈਚੁਰਲੀ, ਜਾਂ ਕਿਤੇ ਕੋਈ ਜਦੋਂ ਇੱਕ ਸਿਚੁਏਸ਼ਨ ਹੋ ਜਾਂਦੀ ਆ ਤਾਂ, ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਹੈ ਤਾਂ IMF ਉਸ ਨੂੰ ਪੂਰਾ ਕਰਨ ਲਈ ਵੀ ਮੈਂਬਰ ਕੰਟਰੀਜ਼ ਨੂੰ ਹੈਲਪ ਪ੍ਰੋਵਾਈਡ ਕਰਦਾ ਆ। ਔਰ ਇਸ ਦੇ ਲਈ ਇਸਨੇ ਇੱਕ ਸਪੈਸ਼ਲ ਜਿਹੜਾ ਪੈਟਰੋਲ ਫੈਸਿਲਿਟੀ ਫੰਡ ਜਿਹੜਾ ਉਹ ਸਥਾਪਿਤ ਕੀਤਾ ਹੋਇਆ। ਨੈਕਸਟ ਹੈਗਾ ਵੀਕਨੈਸਿਸ। ਬੇਸ਼ੱਕ IMF ਨੇ ਬਹੁਤ ਸਾਰੇ ਇਹਦੇ ਪੋਜ਼ੀਟਿਵ ਪੁਆਇੰਟਸ ਆ, ਬਹੁਤ ਕੁਛ ਕੀਤਾ IMF ਨੇ, ਪਰ IMF ਦੀਆਂ ਕੁਛ ਇੱਕ ਜਿਹੜੀਆਂ ਕਮੀਆਂ ਵੀ ਰਹੀਆਂ ਨੇ, ਸਫਲਤਾਵਾਂ ਵੀ ਨੇ। ਸਭ ਤੋਂ ਪਹਿਲਾਂ ਤਾਂ ਵਿਦੇਸ਼ੀ ਸਥਿਰਤਾ, ਵਟਾਂਦਰਾ ਸਥਿਰਤਾ ਦੀ ਘਾਟ, ਲੈਕ ਆਫ ਐਕਸਚੇਂਜ ਸਟੇਬਿਲਿਟੀ। ਮੁਦਰਾ IMF ਨੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ, ਕਿਉਂਕਿ 1971 ਦੇ ਵਿੱਚ ਜਿਹੜੀ ਇੱਕ ਬਹੁਤ ਇੰਟਰਨੈਸ਼ਨਲ ਲਿਕੁਇਡਿਟੀ ਦੀ ਪ੍ਰੋਬਲਮ ਆਈ ਸੀਗੀ, ਐਕਸਚੇਂਜ ਰੇਟ ਦੀ ਪ੍ਰੋਬਲਮ ਆਈ ਸੀ, ਅਤੇ ਉਸ ਤੋਂ ਬਾਅਦ 1971 ਤੋਂ ਬਾਅਦ ਵਟਾਂਦਰਾ ਦਰ ਮੁੜ ਕੇ ਪਰਿਵਰਤਨਸ਼ੀਲ ਹੋ ਗਈ ਹੈ, ਇਸ ਲਈ ਇਹਦੇ ਵਿੱਚ ਕੋਈ ਬਹੁਤੀ ਵੱਡੀ ਸਫਲਤਾ ਨਹੀਂ ਰਹੀ। ਸੋਨੇ ਦੇ ਮੁੱਲ ਵਿੱਚ ਘੱਟ ਸਥਿਰਤਾ, ਲੈਕ ਆਫ ਸਟੇਬਿਲਿਟੀ ਇਨ ਦੀ ਪ੍ਰਾਈਸਿਸ ਆਫ ਗੋਲਡ। 1971 ਤੱਕ ਸੋਨੇ ਦਾ ਮੁੱਲ $3500 ਪ੍ਰਤੀ ਔਂਸ ਰੱਖਿਆ ਗਿਆ ਸੀ, ਪਰ ਇਸ ਤੋਂ ਬਾਅਦ ਇਹ ਸਥਿਰ ਨਹੀਂ ਰਿਹਾ ਅਤੇ ਵੱਧ ਕੇ $1500 ਪ੍ਰਤੀ ਔਂਸ ਤੱਕ ਵੀ ਪਹੁੰਚ ਗਿਆ। ਇਨਐਬਿਲਿਟੀ ਟੂ ਰਿਮੂਵ ਦੀ ਐਕਸਚੇਂਜ ਕੰਟਰੋਲ, ਇੰਟਰਨੈਸ਼ਨਲ ਟਰੇਡ ਦੇ ਉੱਤੇ ਕੰਟਰੋਲਸ ਪਹਿਲਾਂ ਵੀ ਸੀ, ਹੁਣ ਵੀ ਹੈਗੇ ਆ, ਇਹਨਾਂ ਨੂੰ ਵੀ ਇਹ ਖਤਮ ਨਹੀਂ ਕਰ ਪਾਇਆ। ਰਿਚ ਕੰਟਰੀਜ਼ ਕਲੱਬ ਬਣ ਕੇ ਰਹਿ ਗਿਆ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਦੀ ਇੱਛਾ ਦੇ ਅਨੁਸਾਰ ਕੰਮ ਕਰਦਾ, ਇਹਦੇ ਹੈਡਕੁਆਟਰ ਉੱਥੇ ਨੇ, ਇਹ ਉਹਨਾਂ ਦੇ ਅਕੋਰਡਿੰਗ ਕੰਮ ਕਰਦਾ, ਭੇਦਭਾਵ ਦੀ ਨੀਤੀ ਅਡੋਪਟ ਕਰਦਾ। ਚੈਰੀਟੇਬਲ ਇੰਸਟੀਟਿਊਸ਼ਨ ਹੈ, ਇੱਕ ਦਾਨੀ ਸੰਸਥਾ ਆ, ਇਹਦਾ ਜਿਹੜਾ ਮੁੱਖ ਕੰਮ ਆ ਉਹ ਹੈਗਾ ਅਮੀਰਾਂ ਦੇ ਧਨ ਦੀ ਵਰਤੋਂ ਕਰਕੇ ਉਸ ਦੇ ਸਮਰਥਕ ਰਾਸ਼ਟਰਾਂ ਨੂੰ ਆਪਣੇ ਭੁਗਤਾਨ ਦੇ ਵਿੱਚ ਸਹਾਇਤਾ ਪ੍ਰਦਾਨ ਕਰਨਾ। ਪਰ ਇਸ ਦਾਨੀ ਸੰਸਥਾ ਦੇ ਹੋਣ ਦੇ ਕਰਕੇ ਹੀ, ਸ਼ੁਰੂ ਦੇ ਵਿੱਚ ਇਸ 'ਤੇ ਦਾਨੀ ਸੰਸਥਾ ਹੋਣ ਦੇ ਕਰਕੇ ਡਿਵੈਲਪਿੰਗ ਕੰਟਰੀਜ਼ ਜਿਹੜੀ ਆ ਉਹਨਾਂ ਦੀ ਕਰਜ਼ਦਾਰੀ ਵੱਧ ਗਈ ਹੈ। ਨੋ ਸੋਲਿਊਸ਼ਨ ਆਫ ਇੰਟਰਨੈਸ਼ਨਲ ਲਿਕੁਇਡਿਟੀ, SDR ਨਿਊਜ਼ ਜਿਹੜੀ ਸਪੈਸ਼ਲ ਕਰੰਸੀ ਸੀ IMF ਨੇ ਉਹ ਜਿਹੜੀ ਬਣਾਈ ਸੀ, ਪਰ ਇਸ ਦੇ ਫਲਸਰੂਪ ਵੀ ਵਿਕਾਸਸ਼ੀਲ ਦੇਸ਼ਾਂ ਨੂੰ ਧਨ ਉਧਾਰ ਦੇਣਾ ਔਖਾ, ਇਸ ਦੇ ਫਲਸਰੂਪ ਮੁਦਰਾ ਕੋਸ਼ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਧਨ ਦੇਣਾ ਔਖਾ ਹੋ ਜਾਏਗਾ, ਅਤੇ ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ ਅਜੇ ਵੀ ਇੰਟਰਨੈਸ਼ਨਲ ਤਰਲਤਾ, ਜਿਹੜੀ ਇੰਟਰਨੈਸ਼ਨਲ ਲਿਕੁਇਡਿਟੀ ਦੀ ਪ੍ਰੋਬਲਮ ਉਹ ਬਣੀ ਹੋਈ ਹੈ। ਨੋ ਲਿਮੀਨੇਸ਼ਨ ਆਫ ਮਲਟੀਪਲ ਐਕਸਚੇਂਜ ਰੇਟ, ਮਲਟੀਪਲ ਐਕਸਚੇਂਜ ਰੇਟਸ ਅਜੇ ਵੀ ਬਹੁਤ ਤਰ੍ਹਾਂ ਦੇ ਐਕਸਚੇਂਜ ਰੇਟ ਚੱਲਦੇ ਨੇ, ਸਪੈਕੂਲੇਟਿਵ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਅਤੇ ਇਹਨਾਂ ਨੂੰ ਖਤਮ ਕਰਨ ਦੇ ਵਿੱਚ IMF ਦਾ ਰੋਲ ਆ ਜਿਹੜਾ ਬਹੁਤ ਵਧੀਆ ਨਹੀਂ ਰਿਹਾ।
1971 ਦੇ ਵਿੱਚ ਇਨਐਬਿਲਿਟੀ ਟੂ ਟੈਕਲ ਦੀ ਮੋਨਟਰੀ ਕ੍ਰਾਈਸਿਸ ਆਫ 1971 ਦੇ ਵਿੱਚ ਸੋਨੇ ਅਮਰੀਕੀ ਡਾਲਰ ਰਾਹੀਂ ਸੋਨੇ ਵਿੱਚ ਪਰਿਵਰਤਨਸ਼ੀਲਤਾ ਖਤਮ ਕਰਕੇ ਉਸ ਨੂੰ ਡੀਵੈਲੂਏਟ ਕਰਕੇ ਪੂਰੇ ਵਰਲਡ ਦੇ ਵਿੱਚ ਇੱਕ ਜਿਹੜੀ ਪ੍ਰੋਬਲਮ ਕ੍ਰੀਏਟ ਕੀਤੀ ਗਈ ਸੀ, ਅਤੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ IMF ਬਹੁਤ ਜ਼ਿਆਦਾ ਸਫਲ ਨਹੀਂ ਹੋਇਆ। ਭੇਦਮੂਲਕ ਨੀਤੀਆਂ ਡਿਸਕ੍ਰਿਮੀਨੇਟਰੀ ਪਾਲਿਸੀਜ਼ ਰਹੀ ਆ। ਰਿਚ ਕੰਟਰੀਜ਼ ਕਲੱਬ ਹੈਗਾ ਇਹ, ਅਤੇ ਇਹ ਰਿਚ ਡਿਵੈਲਪ ਅਤੇ ਡਿਵੈਲਪਿੰਗ ਕੰਟਰੀਜ਼ ਦੇ ਵਿਚਕਾਰ ਜਿਹੜੀਆਂ ਪਾਲਿਸੀਜ਼ ਲੈ ਕੇ ਆਉਂਦਾ ਉਹ ਇੱਕੋ ਜਿਹੀਆਂ ਨਹੀਂ ਹੁੰਦੀਆਂ, ਉਹਨਾਂ ਦੇ ਵਿੱਚ ਕਾਫੀ ਭੇਦਭਾਵ ਹੁੰਦਾ ਹੈ। ਅਤੇ ਜਿਹੜੀਆਂ ਅੰਡਰ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਭੇਦਭਾਵ ਆ IMF ਦੇ ਦੁਆਰਾ ਉਹ ਕੀਤੇ ਜਾਂਦੇ ਆ, ਅਤੇ ਸੁਜੈਸ਼ਨਸ ਵੀ ਦਿੱਤੇ ਜਾਂਦੇ ਆ IMF ਦੇ ਲਈ। ਸਭ ਤੋਂ ਪਹਿਲਾਂ ਤਾਂ ਕਿਹਾ ਜਾਂਦਾ ਕਿ ਸੁਰੱਖਿਆ ਜਾਲ ਜਿਹੜਾ ਉਹ ਬਣਾਇਆ ਜਾਵੇ, ਇੱਕ ਇੱਦਾਂ ਦੀ ਨੀਤੀ ਬਣਾਈ ਜਾਵੇ ਕਿ ਸੰਕਟ ਦੇ ਸਮੇਂ ਦੇਸ਼ਾਂ ਲਈ ਸੁਰੱਖਿਆ ਜਾਲ ਦਾ ਕੰਮ ਕਰੇ। ਉਸ ਤੋਂ ਬਾਅਦ ਟਰਾਂਸਪੇਰੈਂਸੀ ਹੋਣੀ ਚਾਹੀਦੀ ਇਹਦੇ ਸਿਸਟਮ 'ਚ। ਕੰਡੀਸ਼ਨਲ ਲੋਨਸ ਦਿੰਦਾ ਹੈ, ਅਤੇ ਫੰਡ ਦੁਆਰਾ ਉਹਨਾਂ ਸ਼ਰਤਾਂ 'ਤੇ ऋण ਉਪਲਬਧ ਕਰਾਉਣਾ ਚਾਹੀਦਾ ਜੋ ਕਿ ਉਹਨਾਂ ਨੂੰ ਆਪਣੇ ਅੰਤਰਿਕ ਸੰਸਥਾਨਾਂ ਵਿੱਚ ਵਾਧਾ ਕਰਨ ਦੇ ਲਾਇਕ ਬਣਾਵੇ। ਇਸ ਤਰ੍ਹਾਂ ਅਲਵਿਕਸਿਤ ਦੇਸ਼ਾਂ ਲਈ ਸਮਸ਼ਟੀ ਆਰਥਿਕ ਨੀਤੀਆਂ ਜਿਹੜੀਆਂ ਮੈਕਰੋ ਇਕਨੋਮਿਕ ਪਾਲਿਸੀਜ਼ ਆ ਉਹ ਆਉਣੀਆਂ ਚਾਹੀਦੀਆਂ, ਜਿਨ੍ਹਾਂ ਦੇ ਨਾਲ ਉਹਨਾਂ ਦੀ ਇਕਨੋਮਿਕ ਡਿਵੈਲਪਮੈਂਟ ਹੋਵੇ, ਉਹਨਾਂ ਦੇ ਇੰਟਰਨੈਸ਼ਨਲ ਟਰੇਡ ਦੇ ਵਿੱਚ ਵਾਧਾ ਹੋਵੇ, ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਵੇ। ਇਸ ਤਰ੍ਹਾਂ ਦੇ ਜਿਹੜੇ ਸੁਜੈਸ਼ਨਸ ਵੀ IMF ਦੀਆਂ ਵੀਕਨੈਸਿਸ ਨੂੰ ਖਤਮ ਕਰਨ ਲਈ ਦਿੱਤੇ ਜਾਂਦੇ ਆ। ਨੈਕਸਟ ਆਪਾਂ ਕੱਲ੍ਹ ਦੇ ਲੈਕਚਰ 'ਚ ਕਰਦੇ ਹਾਂ। ਥੈਂਕ ਯੂ ਸੋ ਮੱਚ।